ਵਿਚਾਰਾਂ ਦੀ ਆਰੰਭਤਾ ਕਰੀਏ ਜੀ ਫਤਿਹ ਦੀ ਸਾਂਝ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਲਗਾਤਾਰ ਲੜੀਵਾਰ ਜਿਹੜਾ ਹੈ ਉਹ ਵਿਚਾਰਾਂ ਦੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਸ਼ਬਦਾਂ ਦੀ ਜਿਹੜੀ ਵਿਚਾਰ ਅਸੀਂ ਕਰਦੇ ਰਹਿੰਦੇ ਹਾਂ। ਔਰ ਜਿਹੜੇ ਪ੍ਰਚਲਿਤ ਸ਼ਬਦ ਜਿਹੜੇ ਆਮ ਸਾਡੇ ਘਰਾਂ ਦੇ ਵਿੱਚ ਜਾਂ ਜਿਹੜੇ ਬੱਚੇ ਸਿੱਖਦੇ ਨੇ ਕੀਰਤਨ ਵਗੈਰਾ ਜਾਂ ਹੋਰ ਜਿਹੜੇ ਪ੍ਰਚਲਿਤ ਆਮ ਘਰਾਂ ਦੇ ਸ਼ਬਦ ਪੜ੍ਹੇ ਜਾਂਦੇ ਨੇ ਉਹ, ਔਰ ਜਿਹੜੀਆਂ ਪ੍ਰਚਲਿਤ ਬਾਣੀਆਂ ਰੋਜ਼ਮਰਰਾ ਦੀਆਂ, ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਸਮਝੀਏ, ਤਾਂ ਕਿ ਜਿਹੜੀ ਜਦੋਂ ਅਸੀਂ ਬਾਣੀ ਰੂਟੀਨ ਦੇ ਵਿੱਚ ਪੜ੍ਹੀਏ ਤਾਂ ਸਾਨੂੰ ਉਹਦੇ ਅਰਥਾਂ ਦਾ ਜਿਹੜਾ ਉਹ ਬੋਧ ਹੁੰਦਾ ਰਹੇ। ਇਸੀ ਲੜੀ ਦੇ ਵਿੱਚ ਅਸੀਂ ਜਪ ਬਾਣੀ ਜਿਹੜੀ ਹੈ, ਜਪਜੀ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੂੰ ਅਸੀਂ ਸਮਝਿਆ ਸੀ। ਇਸ ਤੋਂ ਇਲਾਵਾ 12 ਮਾਹ ਦੀ ਬਾਣੀ, ਆਨੰਦ ਸਾਹਿਬ, ਘੋੜੀਆਂ, ਹੋਰ ਕਈ ਬਾਣੀਆਂ ਜਿਹੜੀਆਂ ਅਸੀਂ ਰੋਜ਼ਮਰਰਾ ਦੀਆਂ ਅਸੀਂ ਉਹ ਜਿਹੜੀ ਹੈ ਸਮਝ ਚੁੱਕੇ ਹਾਂ। ਔਰ ਸ਼ਬਦਾਂ ਨੂੰ ਵੀ ਅਸੀਂ ਕਈ ਤਰੀਕਿਆਂ ਦੇ ਨਾਲ ਸਮਝਿਆ। ਔਰ ਅੱਜ ਤੋਂ ਜਿਹੜਾ ਹੈ ਅਸੀਂ ਲੜੀਵਾਰ ਸੋਦਰ ਦੀ ਬਾਣੀ ਜਿਹੜੀ ਹੈ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸ਼ਬਦ ਪਹਿਲਾ ਜਿਹੜਾ ਸੋਦਰ ਦੇ ਸਰਲੇਖ ਹੇਠ ਜਿਹੜਾ ਸ਼ਬਦ ਹੈ ਉਹ ਕਾਫੀ ਲੰਬਾ ਸ਼ਬਦ ਹੈ ਅਤੇ ਉਹਨੂੰ ਵੀ ਅਸੀਂ ਅਗਲੀ ਵਾਰੀ ਕਰ ਲਾਂਗੇ। ਲੇਕਿਨ ਇੱਕ ਇੰਟਰੋਡਕਸ਼ਨ ਕਹਿ ਲਓ ਜਾਂ ਇੱਕ ਬਰੀਫ ਜਿਹੜੀ ਇਹਦੀ ਜਾਣ ਪਛਾਣ ਸੋਦਰ ਦੀ ਬਾਣੀ ਕਿਸ ਤਰ੍ਹਾਂ ਕੀ ਹੈ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਜਿਹੜੀਆਂ ਆਰੰਭਕ ਬਾਣੀਆਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਜਪ ਬਾਣੀ ਤੋਂ ਬਾਅਦ ਇਹ ਸੋਦਰ ਦੇ ਸਰਲੇਖ ਹੇਠਾਂ ਜਿਹੜੀ ਹੈ ਇਹ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਿਤ ਕੀਤਾ। ਔਰ ਪੰਨਾ ਨੰਬਰ 8 ਤੋਂ ਲੈ ਕੇ 12 ਤੱਕ ਜਿਹੜਾ ਹੈ ਇਹ ਸੋਦਰ ਦੇ 5 ਸ਼ਬਦ ਔਰ ਸੋਪੁਰਖ ਦੇ ਸਰਲੇਖ ਹੇਠਾਂ 4 ਸ਼ਬਦ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਜਿਹੜਾ ਪਹਿਲਾ ਸ਼ਬਦ ਹੈ ਸੋਦਰ, ਰਾਗ ਆਸਾ ਮਹਲਾ ਪਹਿਲਾ, ਸੋਦਰ ਤੇਰਾ ਕਿਹਾ, ਇਹ ਸ਼ਬਦ ਜਿਹੜਾ ਹੈਗਾ ਇਹ ਪੂਰੇ ਗੁਰੂ ਗ੍ਰੰਥ ਸਾਹਿਬ 'ਚ 3 ਵਾਰੀ ਆਇਆ। ਇੱਕੋ ਇਹੀ ਜਿਹੜਾ ਹੈ ਥੋੜ੍ਹਾ ਬਦਲਵੇਂ ਰੂਪ ਦੇ ਵਿੱਚ ਜਪ ਬਾਣੀ ਦੇ ਵਿੱਚ ਸਾਨੂੰ ਮਿਲਦਾ। ਔਰ ਫਿਰ ਇਹ ਸੋਦਰ ਦੇ ਸਰਲੇਖ ਹੇਠਾਂ, ਔਰ ਫਿਰ ਜਿੱਥੇ ਆਸਾ ਰਾਗ ਸ਼ੁਰੂ ਹੁੰਦਾ, ਰਾਗ ਆਸਾ ਜਿੱਥੇ ਸ਼ੁਰੂ ਹੁੰਦਾ ਉੱਥੇ ਵੀ ਸਭ ਤੋਂ ਪਹਿਲੇ ਜਿਹੜਾ ਹੈ ਇਹ ਸ਼ਬਦ ਜਿਹੜਾ ਹੈ ਇਹ ਆਰੰਭਿਤ ਹੈ। ਸੋ ਉਹ 347 ਨੰਬਰ ਜਿਹੜੇ ਪੇਜ 'ਤੇ ਅੰਕ 'ਤੇ ਜਿਹੜਾ ਹੈਗਾ ਉਹ ਅੰਕਿਤ ਹੈ। ਅਤੇ 3 ਵਾਰੀ ਇੱਕੋ ਸ਼ਬਦ ਨੂੰ ਜੇ ਗੁਰੂ ਸਾਹਿਬ ਨੇ ਲਿਖਿਆ, ਹਾਲਾਂਕਿ ਤਿੰਨੋਂ ਵਾਰੀ ਤਾਂ ਥੋੜ੍ਹਾ ਫਰਕ ਹੈ, ਲੇਕਿਨ ਉਹਦੇ ਭਾਵ ਅਰਥ ਉਹੀ ਬਣਦੇ ਨੇ। ਅਤੇ ਕੋਈ ਖਾਸ ਮੈਸੇਜ, ਕੁਝ ਖਾਸ ਗੱਲ ਹੈ ਜਿਹੜੀ 3 ਵਾਰੀ ਜਿਹੜੀ ਗੁਰੂ ਸਾਹਿਬ ਨੇ ਇਹਦੇ 'ਚ ਲਿਖੀ ਹੈ, ਉਹ ਕਿਸ ਤਰ੍ਹਾਂ ਹੈ ਉਹ ਅਸੀਂ ਆਉਣ ਵਾਲੇ ਟਾਈਮ 'ਚ ਸਮਝਾਂਗੇ। ਜਿਹੜਾ ਜਪਜੀ ਸਾਹਿਬ ਔਰ ਇਹਦੇ ਵਿੱਚ ਥੋੜ੍ਹਾ ਜਿਹੜਾ ਡਿਫਰੈਂਸ ਤੋਹਨੋ, ਤੇਰਾ, ਤੁਧਨੋ ਕਰਕੇ ਇਹ ਜਿਹੜਾ ਫ਼ਰਕ ਨੇ ਉਹ ਆਉਂਦੇ ਨੇ। 51 ਡਿਫਰੈਂਸਿਸ ਜਿਹੜੇ ਨੇ ਅੰਤਰ ਜਪਜੀ ਸਾਹਿਬ ਦੇ ਇਸ ਸ਼ਬਦ ਦੇ ਔਰ ਸੋਦਰ ਦੇ ਵਿੱਚ, ਇਹਦੇ 'ਚ 51 ਜਿਹੜੇ ਨੇ ਇਹ ਫ਼ਰਕ ਜਿਹੜੇ ਨੇ ਉਹ ਨੋਟ ਕੀਤੇ ਗਏ ਨੇ। ਇੱਕ ਜਿਹਨੂੰ ਹੁਣ ਅਸੀਂ ਸੋਦਰ ਦੀ ਬਾਣੀ ਦਾ ਨਾਂ ਲੈ ਰਹੇ ਹਾਂ, ਇਹਨੂੰ ਰਹਿਰਾਸ ਦੀ ਬਾਣੀ ਕਹਿੰਦੇ, ਰਹਿਰਾਸ। ਹਾਲਾਂਕਿ ਰਹਿਰਾਸ ਸਰਲੇਖ ਹੇਠਾਂ ਬਾਣੀ ਨਹੀਂ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਬਾਣੀ ਦਾ ਸਰਲੇਖ ਰਹਿਰਾਸ ਨਹੀਂ ਹੈ। ਸਰਲੇਖ ਹੈ ਸੋਦਰ। ਫਿਰ ਵੀ ਇਹਨੂੰ ਕਿਸ ਤਰ੍ਹਾਂ ਸ਼ੁਰੂ ਹੋਇਆ, ਕਦੋਂ ਸ਼ੁਰੂ ਹੋਇਆ, ਇਹਦੇ ਬਾਰੇ ਕੋਈ ਠੀਕ ਜਾਣਕਾਰੀ ਨਹੀਂ ਹੈ ਕਿ ਇਹਨੂੰ ਰਹਿਰਾਸ ਦੀ ਬਾਣੀ ਜਾਂ ਰਹਿਰਾਸ ਕਿਉਂ ਬੋਲਣਾ ਸ਼ੁਰੂ ਕਰ ਦਿੱਤਾ। ਲੇਕਿਨ ਪਹਿਲਾ ਜਿਹੜਾ ਸ਼ਬਦ ਜਿਹੜਾ ਹੈਗਾ ਉਹ ਆਮ ਤੌਰ 'ਤੇ ਜਦੋਂ ਅਸੀਂ ਸਥਾਨਾਂ 'ਤੇ ਜਾਂਦੇ ਹਾਂ ਤਾਂ ਇਹਨੂੰ ਗਾਇਨ ਕਰਕੇ ਪੜ੍ਹਨ ਦੀ ਜਿਹੜੀ ਪਰੰਪਰਾ ਵੀ ਹੈਗੀ ਹੈ, ਪਹਿਲਾ ਜਿਹੜਾ ਸੋਦਰ ਦੀ ਬਾਣੀ ਦਾ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਾਰੰਭਿਕ ਜਿਹੜਾ ਰੂਪ ਜਿਹੜਾ ਹੈਗਾ ਉਹ ਅਸੀਂ ਇਹੀ ਸਮਝ ਸਕਦੇ ਹਾਂ ਕਿ ਜਿਹੜੀ ਜਪਜੀ ਸਾਹਿਬ ਜਿਹੜੀ ਔਰ ਤੋਂ ਬਾਅਦ ਜਿਹੜੀ ਇਹ ਬਾਣੀ ਹੈ ਉਹ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੀ ਸੰਪਾਦਿਤ ਜਿਹੜੀ ਹੈ ਬਾਣੀ ਹੈ ਉਹ ਸੋਦਰ ਔਰ ਸੋਰਪੁਰਖ ਦੀ ਹੈ। ਬਾਅਦ ਦੇ ਵਿੱਚ ਇਹ ਜਿਹੜੇ ਐਡੀਸ਼ਨ ਹੁੰਦੇ ਗਏ ਅਲੱਗ-ਅਲੱਗ, ਉਹਨਾਂ ਐਡੀਸ਼ਨਾਂ ਦੇ ਵਿੱਚ ਅਸੀਂ ਚੌਪਾਈ ਵੀ ਜੋੜ ਦਿੱਤੀ ਗਈ, ਸਵਈਏ, ਦੋਹਰੇ, ਇਹ ਕਈ ਜਿਹੜਾ ਹੈ ਇਹ ਅਲੱਗ-ਅਲੱਗ ਕਰਕੇ ਇਹ ਜੁੜਦਾ ਗਿਆ। ਲੇਕਿਨ ਇੰਨਾ ਤਾਂ ਸ਼ੋਰ ਹੈ ਕਿ ਜੋ ਆਰੰਭਿਕ
ਗੁਰੂ ਅਰਜਨ ਪਾਤਸ਼ਾਹ ਜੀ ਦੇ ਵੱਲੋਂ ਸੰਪਾਦਿਤ ਜਿਹੜੀ ਬਾਣੀ ਹੈ ਉਹ ਹੀ ਹੈ ਸੋ ਪੁਰਖ ਦੇ ਪੰਜ ਸ਼ਬਦ ਔਰ ਸੋਦਰ ਦੇ ਪੰਜ ਸ਼ਬਦ ਔਰ ਸੋ ਪੁਰਖ ਦੇ ਚਾਰ ਸ਼ਬਦ। ਇਹ ਆਰੰਭਿਕ ਸੰਪਾਦਿਤ ਬਾਣੀ ਹੈ। ਇਹਦੇ 'ਤੇ ਕੋਈ ਕਿੰਤੂ ਪਰੰਤੂ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਵਾਧ ਘਾਟ ਨਹੀਂ ਹੋਈ। ਇਹ ਜਿਤਨਾ ਵੀ ਐਡੀਸ਼ਨ ਹੋਇਆ ਉਹ ਅੱਗੇ ਪਿੱਛੇ ਜੋੜ ਦਿੱਤਾ ਗਿਆ। ਸੋ ਇਹ ਕਿਸ ਤਰ੍ਹਾਂ ਹੋਇਆ, ਕਿਉਂ ਹੋਇਆ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਲੇਕਿਨ ਇਹ ਬਾਣੀ ਪੜ੍ਹਦੇ ਵਕਤ ਜਿਹੜੀਆਂ ਅਸੀਂ ਆਮ ਤੌਰ 'ਤੇ, ਕਿਉਂਕਿ ਇਹ ਇੰਟਰੋਡਕਸ਼ਨ ਹੈ, ਅਤੇ ਇੰਟਰੋਡਕਸ਼ਨ ਦੇ ਸਭ ਤੋਂ ਪਹਿਲੇ ਹੀ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਹੈ ਰਹਿਰਾਸ। ਰਹਿਰਾਸ ਆਮ ਤੌਰ 'ਤੇ ਅਸੀਂ ਜਦੋਂ ਅਸੀਂ ਕੋਈ ਸਾਨੂੰ ਲਿਖਣ ਵਾਸਤੇ ਕਹੇ ਜਾਂ ਇਹਦੀ ਅਸੀਂ ਸਪੈਲਿੰਗ ਦੇ ਬਾਰੇ ਸੋਚਦੇ ਹਾਂ ਅਤੇ ਇਹ ਕਿਸ ਤਰ੍ਹਾਂ ਅਸੀਂ ਸੋਚਾਂਗੇ, ਰਾਰਾ, ਹਾਹਾ, ਹਾਹੇ ਨੂੰ ਸਿਆਰੀ, ਫਿਰ ਰਾਰਾ, ਫਿਰ ਕੰਨਾ, ਫਿਰ ਸੱਸਾ, ਰਹਿਰਾਸ ਬਣ ਗਿਆ। ਲੇਕਿਨ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਉੱਥੇ ਲਿਖਿਆ ਦੇਖੋਗੇ ਨਾ, ਰਾਰਾ, ਹਾਹਾ, ਹਾਹੇ ਨੂੰ ਸਿਆਰੀ ਨਹੀਂ ਹੈ, ਉੱਥੇ ਹੈਗਾ ਰਾਰਾ, ਹਾਹਾ ਮੁਕਤਾ, ਫਿਰ ਰਾਰਾ, ਫਿਰ ਕੰਨਾ, ਫਿਰ ਸੱਸਾ, ਸੱਸੇ ਨੂੰ ਸਿਆਰੀ ਲੱਗੀ ਹੋਈ ਹੈ। ਇਹ ਐਕਚੁਅਲ ਰੂਪ, ਐਕਚੁਅਲ ਜਿਹੜਾ ਲਿਖਤ ਹੈਗੀ ਹੈ ਉਹ ਹੈਗੀ ਹੈ ਇਸ ਤਰ੍ਹਾਂ ਦੀ ਰਹਿਰਾਸ ਸੀ ਕਿ ਅਖੀਰ ਦਾ ਜਿਹੜਾ ਸੱਸਾ ਹੈਗਾ ਸੱਸੇ ਨੂੰ ਸਿਆਰੀ ਲੱਗੀ ਹੈ, ਨਾ ਕਿ ਹਾਹੇ ਨੂੰ ਸਿਆਰੀ। ਸੋ ਅਸੀਂ ਸੋਚਦੇ ਹਾਂ ਕਈ ਵਾਰੀ ਕਿ ਰਹਿਰਾਸ ਇਸ ਤਰ੍ਹਾਂ ਲਿਖਿਆ ਹੁੰਦਾ, ਲੇਕਿਨ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਉਦੋਂ ਫਿਰ ਅਸੀਂ ਇਹਨੂੰ ਨਿਖੇੜ ਕੇ ਜਦੋਂ ਅਸੀਂ ਇਹਦਾ ਮੀਨਿੰਗ ਅਸੀਂ ਪੜ੍ਹਦੇ ਕਿ ਰਹਿ ਰਾਸ। ਰਾਸ ਦਾ ਮਤਲਬ ਹੁੰਦਾ ਹੈ ਪੂੰਜੀ, ਰਹਿ ਦਾ ਮਤਲਬ ਰਾਹ। ਹੁਣ ਰਾਹ 'ਤੇ ਚੱਲਣ ਦੀ ਪੂੰਜੀ, ਕਿਤੇ ਵੀ ਅਸੀਂ ਜਾਂਦੇ ਹਾਂ ਭਾਵੇਂ ਥੋੜ੍ਹੇ ਡਿਸਟੈਂਸ 'ਤੇ ਜਾਏ, ਘੱਟੋ ਘੱਟ ਸਾਨੂੰ ਉੱਥੇ ਪਹੁੰਚਣ ਵਾਸਤੇ ਕੋਈ ਕਿਰਾਇਆ ਤਾਂ ਚਾਹੀਦਾ ਨਾ। ਜੇ ਹੋਰ ਡਿਸਟੈਂਸ ਹੋਏ ਕਿ ਕਿਰਾਏ ਦੇ ਨਾਲ ਅਸੀਂ ਕਹਿੰਦੇ ਕਿ ਥੋੜ੍ਹਾ ਬਹੁਤਾ ਪੂੰਜੀ ਵੀ ਕੋਲ ਰੱਖੀਏ, ਰਸਤੇ ਲੋੜ ਪੈ ਜਾਈਏ। ਸੋ ਇਹ ਉਹ ਜ਼ਿੰਦਗੀ ਦੇ ਵਿੱਚ ਜੋ ਅਧਿਆਤਮਿਕਤਾ ਦੀ ਜਿਹੜੀ ਰਾਹ ਹੈ, ਉਸ ਰਾਹ 'ਤੇ ਚੱਲਣ ਦੀ ਜਿਹੜੀ ਪੂੰਜੀ ਹੈ, ਉਹ ਪੂੰਜੀ ਦੀ ਗੱਲ ਹੈ ਇਸ ਦੇ ਵਿੱਚ ਕਿ ਤੇਰੇ ਕੋਲ ਕਿਹੜੀ ਪੂੰਜੀ, ਕਿਹੜੇ ਗੁਣਾਂ ਦਾ ਸਰਮਾਇਆ ਤੇਰੇ ਕੋਲ ਹੋਏ ਜਿਹੜਾ ਤੂੰ ਇਸ ਰਾਹ 'ਤੇ ਚੱਲ ਕੇ ਉਸ ਦਰ ਤੱਕ ਪਹੁੰਚ ਸਕੇ, ਉਸ ਘਰ ਤੱਕ ਪਹੁੰਚ ਸਕੇ। ਇਹ ਉਹ ਜਰਨੀ ਹੈ। ਸੋ ਸਾਰੀ ਜਰਨੀ ਹੈ ਸਾਨੂੰ ਇਸ ਅਗਲੇ ਸ਼ਬਦਾਂ 'ਚ ਸਾਨੂੰ ਮਿਲੇਗੀ। ਲੇਕਿਨ ਇਹਦਾ ਜਿਹੜਾ ਬੇਸਿਕ ਜਿਹੜਾ ਉਹ ਤੱਤ ਹੈ ਉਹ ਇਹੀ ਹੈ ਕਿ ਉਸ ਰਾਹ ਤੱਕ 'ਤੇ ਚੱਲਣ ਦੀ ਔਰ ਉਸ ਦਰ, ਉਸ ਘਰ ਤੱਕ ਪਹੁੰਚਣ ਦਾ ਜਿਹੜਾ ਪੂਰਾ ਪੈਂਡਾ ਹੈ, ਉਸ ਪੈਂਡੇ ਦੇ ਵਿੱਚ ਉਸ ਪਹੁੰਚਣ ਦਾ ਜਿਹੜਾ ਰਾਸ ਹੈ ਉਹ ਕਿਹੜੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹ ਤੇਰੇ ਕੋਲ ਹੈ ਜਾਂ ਨਹੀਂ ਹੈ, ਜਾਂ ਘੱਟ ਹੈ ਜਾਂ ਵੱਧ ਹੈ। ਇਹ ਸਾਰੀ ਗੱਲ ਜਿਹੜੀ ਹੈ ਪੂਰੇ ਸਾਨੂੰ ਇਸ ਬਾਣੀ ਦੇ ਵਿੱਚ ਸਾਨੂੰ ਮਿਲੇਗੀ। ਇੱਕ ਤਾਂ ਹੋਰ ਜਿਹੜੀਆਂ ਆਮ ਗਲਤੀਆਂ ਅਸੀਂ ਕਰ ਦਿੰਦੇ ਹਾਂ, ਗਾਵਨ ਤੁਧਰੋਂ ਚਿਤ ਕੁਬਤ ਲਿਖ ਜਾਣਨ, ਅਸੀਂ ਜਾਣਨ ਪੜ੍ਹਦੇ ਹਾਂ, ਲੇਕਿਨ ਜਾਣਨ ਨੰਨਾ ਪਹਿਲੇ ਹੈ, ਸੌਰੀ ਨੰਨਾ ਅਸੀਂ ਪੜ੍ਹ ਜਾਂਦੇ, ਗਾਵਨ ਤੁਧਰੋਂ ਚਿਤ ਕੁਬਤ ਲਿਖ ਜਾਣਨ ਨਹੀਂ ਹੈ, ਜਾਣਨ ਹੈ, ਨੰਨਾ ਬਾਅਦ 'ਚ ਹੈਗਾ। ਸੋ ਇਹ ਕਈ ਵਾਰੀ ਅਸੀਂ ਉਚਾਰਨ ਦੇ ਵਿੱਚ ਅਸੀਂ ਬੜੇ ਧਿਆਨ ਨਾਲ ਨੂੰ, ਇੱਕ ਤਾਂ ਜਪਜੀ ਸਾਹਿਬ ਔਰ ਇਹਦੀ ਜਿਹੜੀ ਡਿਫਰੈਂਸ ਹੈ ਉਹਨੂੰ ਵੀ ਅਸੀਂ ਧਿਆਨ ਰੱਖੀਏ। ਔਰ ਦੂਸਰਾ, ਜਿਸ ਤਰ੍ਹਾਂ ਗਾਵਨ ਤੁਧਰੋਂ ਇੰਦਰ ਇੰਦਰਾਸਣ ਬੈਠੇ, ਹੁਣ ਉੱਥੇ ਲਫ਼ਜ਼ ਇੰਦਰ ਨਹੀਂ ਹੈ, ਦੱਦੇ ਪੈਰੇ ਰਾਜਾ ਇੰਦਰਾਸਣ। ਇਹ ਛੋਟੀਆਂ ਛੋਟੀਆਂ ਜਿਹੜੀਆਂ ਉਚਾਰਨ ਸੰਬੰਧੀ ਜਿਹੜੀਆਂ ਗੱਲਾਂ ਹੈਗੀਆਂ ਨਾ। ਇਸ ਤੋਂ ਇਲਾਵਾ ਗਾਵਨ ਤੁਧੋਂ ਪੰਡਤ ਪੜ੍ਹਨ ਰਖੀਸਰ, ਉੱਥੇ ਲਫ਼ਜ਼ ਪੰਡਤ ਨਹੀਂ ਹੈ, ਪੰਡਿਤ ਹੈ, ਸਿਹਾਰੀ ਨਾਲ। ਸੋ ਇਸ ਤਰ੍ਹਾਂ ਦੀਆਂ ਗਾਵਨ ਤੁਧ ਰਖੀਸਵਰ, ਐਕਚੁਅਲ ਅਗਰ ਵਾਵਾ ਪੈਰੇ ਰਾਵਾ ਵਾਵਾ ਹੈਗਾ, ਅਸੀਂ ਰਖੀਸਰ ਪੜ੍ਹ ਜਾਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਆਉਣ ਵਾਲੇ ਟਾਈਮ 'ਚ ਅਸੀਂ ਜੋ ਅਸੀਂ ਉਚਾਰਨ ਸੰਬੰਧੀ ਵੀ ਅਸੀਂ ਗੱਲਾਂ ਇਹਦੇ 'ਚੋਂ ਅਸੀਂ ਕਰਦੇ ਰਹਾਂਗੇ ਕਿ ਇਹਦੇ 'ਚ ਕਿਹੜੇ ਕਿਹੜੇ ਅੰਤਰ ਨੇ ਔਰ ਕਿਸ ਤਰ੍ਹਾਂ ਇਹਨੂੰ, ਕਿਉਂਕਿ ਜਦੋਂ ਅਸੀਂ ਨਜ਼ਰ ਟਿਕਾ ਕੇ ਧਿਆਨ ਨਾਲ ਉਹਦੇ 'ਤੇ ਪੜ੍ਹਾਂਗੇ ਨਾ, ਅਤੇ ਇਹੋ ਜਿਹੀਆਂ ਛੋਟੀਆਂ ਛੋਟੀਆਂ ਜਿਹੜੀਆਂ ਮਿਸਟੇਕ ਅਸੀਂ ਉਚਾਰਨ ਸੰਬੰਧੀ ਕਰ ਜਾਂਦੇ ਹਾਂ, ਇਹ ਸਾਡੇ ਕੋਲ ਨਹੀਂ ਹੋਣਗੀਆਂ। ਅਤੇ ਲੇਕਿਨ ਅਸੀਂ ਇੱਕ ਉਹਨੂੰ ਰਿਕਾਰਡਡ ਇੱਕ ਜੇ ਫਲੋ ਦੇ ਵਿੱਚ ਅਸੀਂ ਚੱਲਦੇ ਰਹੀਏ ਤਾਂ ਫਿਰ ਸਾਡੇ ਕੋਲ ਉਹ ਗਲਤੀਆਂ ਰਿਪੀਟ ਹੁੰਦੀਆਂ ਰਹਿੰਦੀਆਂ ਰੋਜ਼। ਲੇਕਿਨ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਗੁਟਕੇ ਤੋਂ ਜਿਹੜੀ ਠੀਕ ਲਿਖਤ ਹੈਗੀ ਹੈ ਉਹਨੂੰ ਅਸੀਂ ਦੇਖ ਕੇ ਔਰ ਧਿਆਨ ਦੇ ਨਾਲ ਸਹਿਜੇ ਪੜ੍ਹੀਏ। ਇਸ ਤੋਂ ਇਲਾਵਾ ਜਿਹੜੀ ਖਾਸ ਮੈਨੂੰ ਇਹਦੇ 'ਚ ਇਸ ਬਾਣੀ ਦੇ ਵਿੱਚ ਜਿਹੜੀ ਚੀਜ਼ ਨਜ਼ਰ ਆਈ ਹੈ ਉਹ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਬਾਕੀ ਜਿਤਨੀਆਂ ਵੀ ਬਾਣੀਆਂ, ਭਾਵੇਂ ਜਪ ਬਾਣੀ ਹੈ ਜਾਂ ਹੋਰ ਸੋਹਿਲਾ ਬਾਣੀ ਹੋ ਗਈ, ਆਨੰਦ ਸਾਹਿਬ ਹੋ ਗਿਆ, ਜਾਂ ਹੋਰ ਵੀ ਜਿਤਨੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਸਭ ਤੋਂ ਜ਼ਿਆਦਾ ਜਿਹੜਾ ਮਤਭੇਦ ਹੈ ਨਾ ਉਹ ਇਸ ਬਾਣੀ ਦੇ ਉੱਤੇ।
मतभेद का मतलब है कि ये बाणी किन्नी हैगी है तो किन्नी पढ़नी है। कोई कित्थों शुरू कर दिंदा, कोई कित्थों शुरू कर दिंदा। मेरे नज़र दे विच अज तो कुछ समय पहले मैं इस चीज़ नूं देखना शुरू कर, मैं 10 तरह दियां जिहड़ियां अलग अलग बाणियां दी जिहड़ी लिखतां मैं देखी। कोई जिहड़ा हैगा उहनूं शुरुआत तो लैके अखीर तक, कोई शुरुआत उन्होंने किसी ढंग नाल करदा है, अखीर किसी ढंग नाल करदा है, विच की एडिशन करदा, किस तरह जोड़दा है, वो बड़े वखरे वखरे ढंग ने। तो यह एक ऐसी बाणी है जिहदे ते मतभेद या आपसी जिहड़ी मेल जोल नहीं है या एकसारता नहीं है, वो इस बाणी उत्ते सब तो ज़्यादा। हालांकि जो असीं गल करिए तो आम तौर पर जिहड़े प्रचारक ने या गल करन वाले ने वो इस तरह की गल नहीं करते, इस करके कि जो गल करते हैं तो उन्होंने उत्ते यही इल्ज़ाम आते तुसीं बाणी दे किंतु परंतु करते हो। बाणी दे किंतु परंतु नहीं होंदा, वो उस जिहड़ी एक फॉर्मेशन हैगी है या एक जिहड़ी इकसारता हैगी है या जिन्होंने असीं एकता कहंदे या एक साझा जिहड़ा एक गल होंदी है, बनत होंदी, उहदी गल चलदी। हुण कोई इहनूं शुरू करदा दुखदारू सुरखरोग बिहात हो, आम कई देखते हैं, कोई इत्थों शुरू कर दिंदा, कोई हर जुग जुग भगत तो पाया, कोई उत्थों शुरू करता। हुण ये आपसी यूनीफॉर्मिटी जिहड़ी वो नहीं हैगी, मतलब इस तरह के मतभेद जिहड़े ने ये कई तरह के हैगे। हर एक संप्रदाय के अपने अपने ढंग नाल उन्होंने बनाता है, स्थानां दा अलग अलग हिसाब है, गुटके अलग तरीके नाल छपे हुए हैं, किसी को कोई गुटका आ गया, कोई गुटका आ गया। और जिहड़ियां परंपरावां जिथे जिथे चलियां उन्होंने यही लगता कि जे असीं इह परंपरा नूं नहीं निभाया या इस तरह नहीं किया तो शायद पता नहीं की हो जाएगा, तो इस करके वो उस तरह ही जिस तरह चलता आ रहा है उस तरह ही उन्होंने चलाई जा रहे हैं। हालांकि जो असीं पढ़दे हां दुखदारू सुखरोग भया तो, हुण वो शब्द लैके उन्होंने विच जोड़ता पहले, पर जिथे वो शब्द दर्ज है गुरु ग्रंथ साहिब दे विच, उहदे विच एक पौड़ी भी है तो श्लोक भी है। वो पौड़ी और श्लोक छड्ड के इन्हूं विच्चों कढ के उहदे विच जोड़ दिता गया। क्यों जोड़ दिता, किन्ने जोड़ दिता, ये तो हुण जिन्हां ने जोड़िया संप्रदावां ने या डेरे ने या जो भी है उन्होंने किया, किन्ने किया, किस ढंग दे नाल कीता। और जिथे अगे पढ़ के अगे जिथे समाप्ति होंदी है, वो समाप्ति वेले भी कोई जिथे तू समरत तिथे कोई ना, कोई अगे शुरू कर दिंदा, उस तो अगे होर अंतर गुर आराधना, ये इत्थों भी मतलब कोई उस ढंग दे नाल अगे लै जांदा। सो इस ढंग दे नाल बड़े जिहड़े ने मत भेद। हुण उत्थे कई वारी जदों गल करो ना तो पता की कहंदे ने, उन्हां दा जिहड़ा तर्क की हुंदा, कोई गल नहीं जी, बाणी जिन्नी वध तो वध पढ़ो उन्ना चंगा। हुण बाणी वध तो घट की गल नहीं हैगी, पढ़ो तो फिर पता नहीं किन्ना कुछ अगे पढ़ी जाओ। फिर ये वध ये कोई मतलब आंसर नहीं हैगा कि बाणी जिन्नी वध तो वध पढ़ लई हुंदा। बाणी वध या घट की गल ही हैगी, किते भी गुरु साहब की ने किसी भी ऐसी इंस्ट्रक्शन नहीं हैगी कि तुसी बाणी गल हैगी अमल की। सेवक सिख पूजन सब आवे, सब गावे हर हर उत्तम बाणी, पर गाविया सुनिया तिन का हर ताए पावे, जिन सतगुर की आग्या सत सत कर माने। वो गल तो वो सी कि तुसी मन्निया किन्ना, पढ़ी जाओ जिन्ना मर्जी। सो ये जिहड़ी तर्क है या ये आंसर है, इसनूं असी ठीक नहीं समझते कि भी बाणी आपसी एकता या सांझ या एकसारता जिहड़ी गल है ना, वो ज़्यादा इंपॉर्टेंट है। इस तो इलावा जिहड़ी एक होर एडिशन की गई, ये तो बिल्कुल श्योर है कि जिहड़ी एडिशन है कीतियां गईयां, वो जिहड़ी फॉर्मेशन जिस संपादना दे विच गुरु अर्जन पातशाह ने संपादित किया उस तो बाद दे विच जोड़िया गया। ये तो श्योर है, क्योंकि जदों इहदे च असीं वो चौपाई दे एडिशन देखते हैं, इसदा मतलब यही है कि उस टाइम तो है ही नहीं सी। ये तो श्योर है कि उस टाइम विच है नहीं सी, ये बाद दे विच जोड़िया गया। सो चौपाई का एक जिहड़ा पार्ट जिहड़ा है वो भी जोड़ दिता गया इहदे विच। हुण वो चौपाई का जिहड़ा पार्ट है उहदे विच भी बहुत ज़्यादा एक कंट्रोवर्शियल चीज़ है, असीं उस कंट्रोवर्सी दे विच नहीं जाना चाहते, लेकिन सिर्फ इंट्रोडक्शन वास्ते कि वो जिहड़ा विचों एक हिस्सा इहदे नाल जोड़ दिता गया, वो चरित्रोपख्यान का एक पूरा प्रकरण है। लगभग 750 जिहड़े ने वो पूरे उहदे च बंद है। वो पूरे बंदा दे विचों 377 तो लैके 401 नंबर के जिहड़े चौपाई है ने वो जोड़े ने। हुण 300 विचों 377 तो लैके 401 किस तरह जोड़ दिते गए, उतले थले क्यों छोड़ दिते गए, वो उन्हां विच असीं
ਨੂੰ ਪੜ੍ਹੀਏ ਜਾਂ ਦੇਖੀਏ ਸੁਣੀਏ ਤਾਂ ਉਹ ਬੜੇ ਹੀ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਤੋਂ ਵੱਖਰੇ ਜਾਂਦੇ ਨੇ ਉਹ ਜਿਹੜੀਆਂ ਰਚਨਾਵਾਂ ਨੇ। ਤੇ 377 ਤੋਂ ਲੈ ਕੇ 401 ਦੇ ਜਿਹੜੇ ਨੇ ਇਹ 25 ਬੰਦ ਜਾਂ 25 ਜਿਹੜੇ ਚੁਪਈ ਦੇ ਪਾਠ ਜਿਹੜਾ ਹੈ ਨਾ ਉਹ ਇਹਦੇ ਵਿੱਚ ਜੋੜ ਦਿੱਤਾ ਗਿਆ। ਤੇ ਉਹਦੇ ਵਿੱਚ ਵੀ ਹੁਣ ਇਹਨਾਂ ਨੇ ਕਈਆਂ ਨੇ ਉਹਨੂੰ ਵੀ ਚੇਂਜ ਕਰਕੇ ਉਸ 377 ਦੀ ਗਿਣਤੀ ਨੂੰ ਵੀ 1 ਤੋਂ ਲੈ ਕੇ 25 ਤੱਕ ਕਰਤਾ। ਕਈਆਂ ਨੇ ਛਪਾਈ ਇਸ ਤਰ੍ਹਾਂ ਵੀ ਕਰ ਦਿੱਤੀ ਬਜਾਏ ਉਹਨੂੰ, ਕਿਉਂਕਿ ਇਹਦੇ ਤੇ ਕੁਐਸਚਨ ਆਉਂਦਾ ਸੀ ਕਿ ਵੀ ਇਹ 377 ਕਿੱਥੋਂ ਸ਼ੁਰੂ ਹੋ ਗਿਆ ਜੀ। ਕਿ ਜਦੋਂ ਸਵਾਲ ਸ਼ੁਰੂ ਹੋਇਆ ਤੇ ਕਈਆਂ ਹੁਣ ਐਸੇ ਗੁਟਕੇ ਵੀ ਛਪਣੇ ਸ਼ੁਰੂ ਹੋ ਗਏ ਜਿਹਦੇ ਤੇ ਉਹ ਪਹਿਲਾ ਜਿਹੜਾ ਚੁਪਾਈ ਦਾ ਪਾਠ ਹੈ ਉਹਨੂੰ 1 ਨੰਬਰ ਕਰਕੇ 1 ਤੋਂ ਲੈ ਕੇ 25 ਤੱਕ ਕਰਤਾ। ਸੋ ਹਾਂ, ਸੋ ਇਹ ਵੀ ਜਿਹੜੀਆਂ ਸੋ ਕਹਿਣ ਦਾ ਮਤਲਬ ਹੈਗਾ ਕਿ ਜਦੋਂ ਅਸੀਂ ਬਾਣੀ ਦੀ ਗੱਲ ਕਰੀਏ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਹੋਏ ਤੇ ਉਹੀ ਠੀਕ ਹੁੰਦੀ ਹੈ। ਬਾਅਦ 'ਚ ਕਦੋਂ ਜੁੜਿਆ, ਕਿਸ ਤਰ੍ਹਾਂ ਜੁੜਿਆ, ਕਿਸ ਢੰਗ ਦੇ ਨਾਲ ਜੁੜਿਆ, ਉਹ ਉਸ ਇੱਕ ਕੰਟਰੋਵਰਸ਼ੀਅਲ ਗੱਲ ਬਣ ਜਾਂਦੀ ਉਹਦੇ 'ਤੇ। ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਬੜੇ ਸਾਰੇ ਸਵਾਲ ਹੁੰਦੇ ਨੇ, ਬੜੇ ਸਾਰੇ ਕਹਿੰਦੇ ਨੇ ਤੁਸੀਂ ਬਾਣੀ 'ਤੇ ਕਿੰਤੂ ਪਰੰਤੂ ਕਰਦੇ ਹੋ, ਲੇਕਿਨ ਸਤਿਗੁਰੂ ਬਾਝੋ ਹੋਰ ਕੱਚੀ ਹੈ ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਸੋ ਇਹ ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਜਿਹੜੀ ਜਿਤਨੀ ਵੀ ਬਾਣੀ ਹੈ, ਸਾਨੂੰ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਜਿਹੜਾ ਹੈ ਉਹ ਵਿਚਾਰੀਏ। ਤੇ ਹੁਣ ਸਿਰਫ ਗੱਲ ਇਹਦੀ ਨਹੀਂ ਹੈਗੀ, ਮੈਂ ਕੁਝ ਹੋਰ ਤੁਹਾਡੇ ਨਾਲ ਸਿਰਫ ਇਹ ਜਿਹੜੀ ਇਹਦੇ ਨਾਲ ਜਿਹੜੀ ਐਡੀਸ਼ਨ ਹੋਇਆ, ਇਸ ਤੋਂ ਇਲਾਵਾ ਦੋਹਰੇ ਵੀ ਜੁੜ ਗਏ। ਦੋਹਰਾ ਸਗਲ ਦੁਆਰ ਕੋ ਛੱਡ ਕੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ ਨਾ। ਸਵਈਆ ਪਾਏ ਗਏ ਜਪਤੇ ਤੁਬਰੇ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈਗੇ ਇਹ ਵੀ। ਸੋ ਇਹ ਸਾਰੇ ਜਿਹੜੇ ਐਡੀਸ਼ਨ ਬਾਅਦ ਦੇ ਵਿੱਚ ਕਿਸ ਤਰ੍ਹਾਂ ਕਦੋਂ ਕਿਸ ਟਾਈਮ 'ਤੇ ਕਿਹੜੇ ਸੰਪਰਦਾ, ਕਿਹੜੇ ਡੇਰੇ, ਕਿਹੜੇ ਜਿਹੜੀ ਗਰੁੱਪ ਦੇ ਵੱਲੋਂ ਇਹ ਜੁੜਦਾ ਗਿਆ। ਇਸ ਤੋਂ ਇਲਾਵਾ ਮੈਂ ਉਹਨਾਂ ਦੀ ਗੱਲ ਅਸੀਂ ਕਰੀਏ ਕਿ ਜਿਹੜੇ ਹੋਰ ਇਹ ਤੇ ਸਿਰਫ ਸੋਦਰ ਦੀ ਗੱਲ ਨਹੀਂ ਹੈਗੀ, ਸੋਦਰ ਤੋਂ ਇਲਾਵਾ ਜਿਹੜੀਆਂ ਐਸੀ ਇਹ ਪੰਕਤੀਆਂ ਸਾਡੇ ਨਾਲ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਜੋੜ ਦਿੱਤੀਆਂ ਗਈਆਂ, ਉਹ ਇਸ ਤਰ੍ਹਾਂ ਲੱਗਦਾ ਜਿਹੜੀ ਕਿ ਬਾਣੀ ਦੀ ਹੀ ਪੰਕਤੀ ਹੋਏਗੀ, ਲੇਕਿਨ ਉਹ ਐਕਚੁਅਲ ਹੈ ਨਹੀਂ। ਉਹ ਬੜੀਆਂ ਪ੍ਰਚਲਿਤ ਵੀ ਨੇ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ, ਲੇਕਿਨ ਸਾਡੇ 'ਚ ਪ੍ਰਚਲਿਤ ਇਸ ਤਰ੍ਹਾਂ ਕਰ ਦਿੱਤਾ ਗਿਆ ਕਿ ਸਾਨੂੰ ਲੱਗਦਾ ਕਿ ਕਿਉਂਕਿ ਨਾਨਕ ਨਾਮ ਜੋੜ ਦਿੱਤਾ ਗਿਆ ਵਿੱਚ। ਆਮ ਅਸੀਂ ਪੜ੍ਹਦੇ ਹਾਂ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਤਾ ਕਰ ਹਰ ਕਾਰਡ ਦੇ ਉੱਤੇ ਲਿਖਿਆ ਹੁੰਦਾ। ਗੁਰਬਾਣੀ ਨਹੀਂ ਹੈ, ਇਹ ਗੁਰਬਾਣੀ ਦੀ ਪੰਕਤੀ ਨਹੀਂ ਹੈ, ਪਰ ਕਿਸ ਤਰੀਕੇ ਦੇ ਨਾਲ ਸਾਡੇ 'ਚ ਵਾੜ ਕੇ ਉਹਦੇ 'ਤੇ ਛਾਪ ਕੇ ਹੁਣ ਸਾਨੂੰ ਲੱਗਦਾ ਕਿ ਮਤਲਬ ਉਹਦੀ ਲੈਂਗੁਏਜ, ਉਹਦਾ ਸਭ ਕੁਝ ਉਹ ਇੰਨਾ ਜ਼ਿਆਦਾ ਪ੍ਰਚਲਿਤ ਕਰ ਦਿੱਤਾ ਗਿਆ ਅਤੇ ਸਾਨੂੰ ਲੱਗਣ ਲੱਗੇ ਕਿ ਗੁਰਬਾਣੀ। ਇਸ ਤੋਂ ਇਲਾਵਾ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਪਾਓ, ਗੁਰਬਾਣੀ ਨਹੀਂ ਹੈ, ਲੇਕਿਨ ਨਾਨਕ ਨਾਮ ਜੋੜ ਕੇ ਸਾਡੇ 'ਚ ਪ੍ਰਚਲਿਤ ਕਰ ਦਿੱਤਾ ਗਿਆ। ਆਮ ਅਸੀਂ ਸੁਣਦੇ ਹਾਂ ਕਈਆਂ ਕੋਲੋਂ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਨਾਨਕ ਦੁਖੀਆ ਸਭ ਸੰਸਾਰ ਦੇ ਸੋ ਸੁਖੀਆ ਜਿਸ ਨਾਮ ਆਧਾਰ ਗੁਰਬਾਣੀ ਨਹੀਂ ਹੈ। ਇਹ ਪਤਾ ਨਹੀਂ ਕਿੱਥੋਂ ਲਿਆ ਕੇ ਇਹਦੇ ਵਿੱਚ ਜੋੜ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀ ਬੜੀਆਂ ਸਾਰੀਆਂ। ਇੱਕ ਹੋਰ ਆਮ ਸੁਣਨ ਤੇਰਾ ਭਾਣਾ ਮਿੱਠਾ ਲਾਗੇ, ਗੁਰਬਾਣੀ ਦੇ ਵਿੱਚ ਜਦੋਂ ਆਉਂਦੀ ਹੈ ਤੇਰਾ ਕੀਆ ਮਿੱਠਾ ਲਾਗੇ, ਲੇਕਿਨ ਭਾਣਾ ਹੁਣ ਇੰਨਾ ਪ੍ਰਚਲਿਤ ਚੀਜ਼ਾਂ ਹੋ ਗਈਆਂ। ਇੱਕ ਹੋਰ ਮੈਂ ਪੰਕਤੀ ਅਸੀਂ ਸੁਣ ਦਿਆਂਗੇ, ਏਕੋ ਸਿਮਰ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰਿਆ ਜੋ ਜੰਮੇ ਤੇ ਮਰ ਜਾਏ। ਇਹ ਆਮ ਇਹ ਵੀ ਬੜਾ ਪ੍ਰਚਲਿਤ ਇੱਕ ਨਹੀਂ, ਇਹ ਕੰਪਲੀਟ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਸੁਣਾਇਆ ਇਹ ਗੁਰਬਾਣੀ ਨਹੀਂ ਹੈ। ਜਿਸ ਤਰ੍ਹਾਂ ਉਹ ਹੈਗਾ ਨਾ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ, ਇਸੇ ਤਰ੍ਹਾਂ ਇਸ ਪੰਕਤੀ ਨੂੰ ਵੀ ਅੱਧੀ ਉੱਧਰੋਂ ਲੈ ਕੇ ਅੱਧੀ ਉੱਧਰੋਂ ਲੈ ਕੇ ਜੋੜ ਕੇ ਬਣਾ ਦਿੱਤਾ ਗਿਆ। ਸੋ ਇਹ ਇਸ ਤਰ੍ਹਾਂ ਦੇ ਕਈ ਐਡੀਸ਼ਨ ਜਿਹੜੇ ਨੇ ਇਹ ਗੁਰਬਾਣੀ ਦੇ ਨਾਮ ਥੱਲੇ ਜਾਂ ਗੁਰਬਾਣੀ ਦੇ ਵਾਂਗੂ ਹੀ ਸਰੂਪ ਬਣਾ ਕੇ ਸਾਡੇ 'ਚ ਪ੍ਰਚਲਿਤ ਕਰ ਦਿੱਤੇ ਗਏ। ਅਸੀਂ ਵੀ ਉਹਨੂੰ ਉਸੀ ਢੰਗ ਦੇ ਨਾਲ ਸਮਝਦੇ ਹਾਂ। ਸੋ ਉਸੀ ਲੜੀ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਇਸ ਸੋਦਰ ਦੀ ਬਾਣੀ ਦੇ ਨਾਲ ਜਿਹੜੀਆਂ ਐਡੀਸ਼ਨ ਕਰਦੇ ਗਏ ਔਰ ਇਹੀ ਕਾਰਨ ਹੈ ਕਿ ਇਹਦੇ ਵਿੱਚ ਜਿਹੜੀ ਹੈ ਇਕਸਾਰਤਾ ਨਹੀਂ ਰਹੀ। ਜਿੱਥੇ ਵੀ ਅਸੀਂ ਜਾਵਾਂਗੇ ਸਾਨੂੰ ਇੱਕ ਵੱਖਰੀ ਕਿਸਮ ਦਾ ਜਿਹੜਾ ਹੈ ਉਹ ਇਸ ਸ਼ਾਮ ਦੀ ਬਾਣੀ ਹੈ ਸੋਦਰ ਦੀ, ਉੱਥੇ ਸਾਨੂੰ ਵੱਖਰੇ ਹੀ ਕਿਸਮ ਦੀ ਸੁਣਨ ਨੂੰ ਮਿਲਦੀ ਹੈ।
ਜਿਹੜਾ ਵੀ ਗੁਟਕਾ ਤੁਸੀਂ ਮਾਰਕੀਟ 'ਚੋਂ ਲੈ ਲਓਗੇ ਜਾਂ ਘਰੋਂ ਤੁਸੀਂ ਕਿਸੇ ਚੁੱਕ ਲਓਗੇ, ਦੇਖ ਲਓਗੇ, ਉੱਥੇ ਪੜ੍ਹੋਗੇ ਤੇ ਤੁਹਾਨੂੰ ਉਹਦੇ ਵਿੱਚ ਵੀ ਜਿਹੜੀ ਲਿਖਤ ਜਿਹੜੀ ਹੈ ਵੱਖਰੀ ਮਿਲੇਗੀ। ਸੋ ਉਹ ਸਭ ਤੋਂ ਜ਼ਿਆਦਾ ਜਿਹੜੀ ਪਹਿਲੀ ਗੱਲ ਕੀਤੀ, ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੈ ਜਾਂ ਦਿੱਕਤ ਹੈ ਜਾਂ ਮਤਭੇਦ ਹੈ ਉਹ ਇਸੀ ਬਾਣੀ ਦਾ। ਬਾਕੀਆਂ ਦੇ ਵਿੱਚ ਕਿਤੇ ਕਿਤੇ ਹੈ, ਸੁਖਮਨੀ ਸਾਹਿਬ ਜੀ ਵੀ ਐਡੀਸ਼ਨ ਕਰਨਾ ਸ਼ੁਰੂ ਕਰ ਦਿੱਤਾ, ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਆਪਸ ਵਿੱਚ ਜਿਹੜੀ ਉਹ ਵਿਚਾਰ ਜਾਂ ਉਹ ਬਾਣੀ ਦੇ ਫਾਰਮੇਸ਼ਨ ਨਹੀਂ ਮਿਲਦੀ ਉਹ ਇਸ ਬਾਣੀ ਦੇ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਤਨੀ ਹੀ ਬਾਣੀ ਨੂੰ ਅਸੀਂ ਸਮਝੀਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ। ਸੋ ਅਸੀਂ ਉਹਨਾਂ ਸ਼ਬਦਾਂ ਨੂੰ ਅਸੀਂ ਲੈ ਕੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਲੜੀਵਾਰ ਜਿਹੜਾ ਹੈ ਸਮਝਾਂਗੇ। ਸਵਈਏ ਜਾਂ ਦੋਹਰਾ ਨੇ ਕਈ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ ਜਿਸ ਐਡ ਕੀਤੀਆਂ ਗਈਆਂ, ਉਹ ਕਿਸ ਹੱਦ ਤੱਕ ਠੀਕ ਨੇ ਜਾਂ ਗਲਤ ਹੈ, ਅਸੀਂ ਉਸ 'ਤੇ ਵਿਵਾਦ ਦੇ ਵਿੱਚ ਨਹੀਂ ਜਾਂਦੇ। ਅਸੀਂ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਕਿਉਂਕਿ ਇਹ ਸ਼ਬਦ ਮੇਰਾ ਸ਼ਬਦ ਹੈ, ਕਾਫੀ ਸੋਦਰ ਦਾ ਜਿਹੜਾ ਪਹਿਲਾ ਸੋਦਰ ਤੇਰਾ ਕਿਹਾ ਕਾਫੀ ਲੰਬਾ ਸ਼ਬਦ ਹੈ, ਅਤੇ ਉਹਨੂੰ ਇੱਕ ਲਾਈਨ ਨੂੰ ਅਸੀਂ ਸਮਝਿਆ ਕਾਫੀ ਟਾਈਮ ਚਾਹੀਦਾ। ਸੋ ਇੱਕ ਬੇਸਿਕ ਇੰਟਰੋਡਕਸ਼ਨ ਅੱਜ ਅਸੀਂ ਇਸ ਬਾਣੀ ਬਾਰੇ ਕੀਤੀ ਹੈ ਕਿ ਕੀ ਗਲਤੀਆਂ ਅਸੀਂ ਆਪ ਪੜ੍ਹਨ ਵੇਲੇ ਕਰਦੇ ਹਾਂ ਔਰ ਕੀ ਗਲਤੀਆਂ ਜਿਹੜੀਆਂ ਸਾਡੇ ਪੂਰੇ ਜਿਹੜੇ ਕੌਮ ਵੱਲੋਂ ਅਲੱਗ-ਅਲੱਗ ਡੇਰੇ ਜਾਂ ਸੰਪਰਦਾ ਜਾਂ ਧੜੇ ਜਾਂ ਲੋਕਾਂ ਵੱਲੋਂ ਇਹ ਜਿਹੜੀ ਕੀਤੀਆਂ ਗਈਆਂ, ਹਾਂ ਥੋਪ ਦਿੱਤੀਆਂ ਗਈਆਂ ਜਾਂ ਹੋ ਗਈਆਂ ਜਾਂ ਕਰ ਦਿੱਤੀਆਂ ਗਈਆਂ ਜਾਂ ਉਹ ਪਰੰਪਰਾਵਾਂ ਰੂਪ ਦੇ ਵਿੱਚ ਚੱਲ ਗਈਆਂ, ਉਹ ਅਸੀਂ ਗੱਲ ਕਰਾਂਗੇ ਉਹਦੇ ਬਾਰੇ ਵੀ, ਕਿਸ ਤਰ੍ਹਾਂ ਇਹਦਾ ਸੁਧਾਰ ਕੀ ਹੋ ਸਕਦਾ ਜਾਂ ਕੀ ਇਹਦਾ ਹੱਲ ਹੈ। ਅਤੇ ਫਿਲਹਾਲ ਅਸੀਂ ਅੱਜ ਇਹ ਬੇਸਿਕ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਸੀ ਕਿ ਵੀ ਇਹਦੀ ਫਾਰਮੇਸ਼ਨ ਕੀ ਹੈ, ਕਿੱਥੋਂ ਸ਼ੁਰੂਆਤ ਹੋਈ ਔਰ ਕਿਸ ਢੰਗ ਦੇ ਨਾਲ ਬਾਣੀ ਦਰਜ ਹੈ ਔਰ ਕੀ ਇਹਦੇ 'ਚ ਫਰਕ ਹੈ, ਇਹਦੀ ਗੱਲ ਅਸੀਂ ਅੱਜ ਕੀਤੀ ਹੈ। ਅਤੇ ਅਗਲੀ ਵਾਰ ਤੋਂ ਅਸੀਂ ਇਸ ਬਾਣੀ ਦੀ ਜਿਹੜੀ ਕੰਪਲੀਟ ਜਿਹੜੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਅਸੀਂ ਆਰੰਭ ਕਰ ਦਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।